परम सत्कारयोग साध संगत जी, रसना पवित्र करिए ते आखिए तान श्री सतगुरु जगजीत सिंह जी, तान श्री सतगुरु उदय सिंह जी। साध संगत जी, साखी का सिरलेख है इच्छा पूरक। लेखक ने बीबी रंजीत कौर जी। जिन मस्तक धुर हर लिखिया तिना सतगुर मिलिया राम राजे। पूरा सतगुरु उन्हां महान भागां वालियां नूं मिलदा है जिन्हां दे मस्तक विच धुरों ही लिखिया हुंदा है। देहधारी सतगुर जी नूं जिहड़े लोक नहीं मिलदे उन्हां दा जीवन व्यर्थ है। सतगुर जी दे दर्शन करन नाल अनेकां ही दुख दूर हुंदे हन। माई मेरे मन की प्यास, एक खिन रह न सकूं बिन प्रीतम, दर्शन देखण को तारी मन्यास। मेरा जन्म भी एक अजिहे खुले परिवार विच होया जो एक कट्टड़ अकाली अखवाउंदा है। बचपन तो मेरा मन कल्ला रह के ही खुश सी। बच्चिਆਂ ਵਿੱਚ ਖੇਡਣ ਦਾ ਮੈਨੂੰ ਖਾਸ ਸ਼ੌਕ ਨਹੀਂ ਸੀ, ਪਰ ਜਿਉਂ ਮੈਂ ਵੱਡੀ ਹੁੰਦੀ ਗਈ ਮੇਰਾ ਮਨ ਬਾਣੀ ਪੜ੍ਹਨ ਵਿੱਚ ਲੱਗ ਗਿਆ। ਗੁਰੂਆਂ ਦੀਆਂ ਸਾਖੀਆਂ ਪੜ੍ਹਦੀ ਮਨ ਵਿੱਚ ਕਈ ਵਾਰ ਸੋਚਦੀ ਕਿ ਇਸ ਸ੍ਰਿਸ਼ਟੀ ਰਚਨਹਾਰ ਦੇ ਦਰਸ਼ਨ ਹੋ ਸਕਦੇ ਹਨ। ਉਸ ਪ੍ਰਭੂ ਨੂੰ ਵੇਖਣ ਲਈ ਮਨ ਲੋਚਦਾ ਹੀ ਰਹਿੰਦਾ ਤੇ ਆਖਦੀ ਕਿ ਉਹ ਕਿੰਨੇ ਮਹਾਨ ਭਾਗਾਂ ਵਾਲੇ ਸਨ ਜਿਨ੍ਹਾਂ ਦੇ ਵਕਤ ਗੁਰੂਆਂ ਨੇ ਅਵਤਾਰ ਧਾਰਿਆ, ਅਕਾਲ ਪੁਰਖ ਦੀ ਦੇਹ ਦੇ ਦਰਸ਼ਨ ਕਰਕੇ ਨਿਹਾਲ ਹੁੰਦੇ ਸਨ। ਕਿੰਨਾ ਚੰਗਾ ਹੁੰਦਾ ਮੈਂ ਵੀ ਉਸ ਵਕਤ ਪੈਦਾ ਹੋਈ ਹੁੰਦੀ ਤੇ ਗੁਰੂਆਂ ਦੇ ਦਰਸ਼ਨ ਕਰਦੀ। ਪਰ ਕੀ ਅੱਜ ਵੀ ਇਸ ਸ੍ਰਿਸ਼ਟੀ ਤੇ ਕਿਸੇ ਥਾਂ ਤੇ ਅਕਾਲ ਪੁਰਖ ਨੇ ਅਵਤਾਰ ਧਾਰਿਆ ਹੈ? ਜੇ ਧਾਰਿਆ ਹੈ ਤਾਂ ਕਿੱਥੇ? ਕੀ ਮੇਰੇ ਭਾਗਾਂ ਵਿੱਚ ਵੀ ਉਸ ਦੇ ਦਰਸ਼ਨ ਕਰਨੇ ਲਿਖੇ ਹੋਏ ਹਨ? ਇਹ ਸੋਚ ਕੇ ਕਈ ਵਾਰ ਮੇਰਾ ਮਨ ਬੜਾ ਉਦਾਸ ਹੋ ਜਾਂਦਾ ਹੈ। ਮੈਨੂੰ ਕੋਈ ਅਜਿਹਾ ਰਸਤਾ ਨਹੀਂ ਸੀ ਲੱਭਦਾ ਜਿਹੜਾ ਮੇਰੇ ਸਤਿਗੁਰ ਜੀ ਦੇ ਦਰਸ਼ਨ ਕਰਵਾਉਂਦਾ। ਸੰਨ 1963 ਦੀ ਗੱਲ ਹੈ। ਮੈਂ 10ਵੀਂ ਵਿੱਚ ਪੜ੍ਹਦੀ ਹੁੰਦੀ ਸਾਂ। ਸਾਡੇ ਘਰ ਰੋਜ਼ਾਨਾ ਅਜੀਤ ਅਖਬਾਰ ਆਉਂਦਾ ਸੀ। ਇੱਕ ਦਿਨ ਉਸ ਵਿੱਚ ਸ਼੍ਰੀ ਸਤਿਗੁਰੂ ਰਾਮ ਸਿੰਘ ਜੀ ਦੇ ਜੀਵਨ ਬਾਰੇ ਲੇਖ ਲਿਖਿਆ ਹੋਇਆ ਸੀ, ਜਿਸ ਦੇ ਵਿੱਚ ਬਿਨਾਂ ਦਾਜ ਤੋਂ ਵਿਆਹ, ਕੁੜੀਆਂ ਨਹੀਂ ਵੇਚਣੀਆਂ, ਵੱਟਾ ਨਹੀਂ ਕਰਨਾ, ਵਿਧਵਾ ਵਿਆਹ ਦੀ ਖੁੱਲ੍ਹ, ਮਿਲਣੀ ਮੁਕਲਾਵੇ ਦੀ ਪਾਬੰਦੀ। ਇਹ ਲੇਖ ਮੇਰੇ ਮਨ 'ਤੇ ਅਮਿਟ ਅਸਰ ਕਰ ਗਿਆ। ਕਿੰਨਾ ਉੱਚਾ ਅਤੇ ਸੁੱਚਾ ਪੰਥ ਹੈ। ਕੁੜੀਆਂ ਮਾਂ-ਬਾਪ 'ਤੇ ਬੋਝ ਨਹੀਂ ਬਣਦੀਆਂ। ਕਾਸ਼ ਮੈਂ ਵੀ ਨਾਮਧਾਰੀ ਪੰਥ ਵਿੱਚ ਜਨਮ ਲੈਂਦੀ ਅਤੇ ਆਪਣੇ ਮਾਪਿਆਂ 'ਤੇ ਬੋਝ ਨਾ ਬਣਦੀ। ਮਨ ਵਿੱਚ ਬਹੁਤ ਤਰੰਗਾਂ ਉੱਠਦੀਆਂ ਕਿ ਮੈਂ ਕਦੋਂ ਅਕਾਲ ਪੁਰਖ ਦੇ ਦਰਸ਼ਨ ਕਰਾਂਗੀ, ਪਰ ਮੇਰੇ ਮਾਂ-ਬਾਪ ਤਾਂ ਨਾਮਧਾਰੀ ਪੰਥ ਨੂੰ ਚੰਗਾ ਨਹੀਂ ਸਮਝਦੇ। ਅੰਤਰਯਾਮੀ ਸਤਿਗੁਰ ਜੀ ਸਭ ਦੀਆਂ ਇੱਛਾਵਾਂ ਪੂਰੀਆਂ ਕਰਦੇ ਹਨ। ਮੇਰੀ ਪੁਕਾਰ ਸੁਣੀ ਅਤੇ ਮੇਰਾ ਵਿਆਹ ਅਜਿਹੇ ਗੁਰੂ ਸਿੱਖ ਨਾਲ ਹੋਇਆ ਜਿਹੜੇ ਉਸ ਵਕਤ ਨਾਮਧਾਰੀ ਪੰਥ ਦਾ ਬਾਣਾ ਤਾਂ ਨਹੀਂ ਸੀ ਪਾਉਂਦੇ, ਪਰ ਉਹਨਾਂ ਦਾ ਮਨ ਸਤਿਗੁਰ ਜੀ ਦੇ ਰੰਗ ਵਿੱਚ ਰੰਗਿਆ ਹੋਇਆ ਸੀ। ਧੰਨ ਮੇਰੇ ਸਤਿਗੁਰ ਜੀ ਹਨ ਜੋ ਟੁੱਟੀਆਂ ਨੂੰ ਗੰਢਦੇ ਹਨ, ਵਿਛੜੀਆਂ ਰੂਹਾਂ ਨੂੰ ਮਿਲਾਪ ਕਰਦੇ ਹਨ। ਜਦ 1967 ਵਿੱਚ ਮੇਰੇ ਆਨੰਦ ਕਾਰਜ ਦਾ ਸਮਾਂ ਆਇਆ ਤਾਂ ਮੇਰੇ ਪਿਤਾ ਜੀ ਨੇ ਅਕਾਲੀ ਰਸਮ ਨਾਲ ਲਾਵਾਂ ਪੜ੍ਹਾਉਣ ਦਾ ਪ੍ਰਬੰਧ ਕੀਤਾ। ਜਦੋਂ ਲਾਵਾਂ ਪੜ੍ਹਨੀਆਂ ਸ਼ੁਰੂ ਕਰਨ ਲੱਗੇ ਤਾਂ ਉਸ ਵਕਤ ਇੱਕ ਮਹਾਨ ਉੱਚ ਹਸਤੀ ਨੇ ਮੇਰੇ ਪਿਤਾ ਜੀ ਨੂੰ ਦਰਸ਼ਨ ਦਿੱਤੇ। ਮੇਰੇ ਪਿਤਾ ਜੀ ਕਹਿਣ ਲੱਗੇ, ਸੰਤ ਜੀ ਚਲੋ ਜਲ ਪਾਣੀ ਛਕੋ। ਉਸ ਮਹਾਨ ਪੁਰਸ਼ ਨੇ ਮੇਰੇ ਪਿਤਾ ਜੀ ਨੂੰ ਕਿਹਾ ਕਿ ਮੈਨੂੰ ਦਰਗਾਹ ਵੱਲੋਂ ਹੁਕਮ ਹੋਇਆ ਹੈ ਕਿ ਬੱਚੀ ਦਾ ਆਨੰਦ ਕਾਰਜ ਹੋਣ ਲੱਗਾ ਹੈ, ਜਾ ਕੇ ਆਸ਼ੀਰਵਾਦ ਦੇ ਆਓ। ਪਿਤਾ ਜੀ ਨੇ ਸੋਚਿਆ ਕਿ ਲਾਵਾਂ ਤੋਂ ਬਾਅਦ ਹੀ ਜਲ ਪਾਣੀ ਛਕਾ ਦੇਵਾਂਗੇ। ਉਸ ਮਹਾਨ ਪੁਰਖ ਜਦੋਂ ਤੱਕ ਲਾਵਾਂ ਖਤਮ ਨਾ ਹੋਈਆਂ ਉੱਥੇ ਹੀ ਬੈਠੇ ਰਹੇ। ਜਦੋਂ 2 ਲਾਵਾਂ ਹੋਈਆਂ ਤਾਂ ਸਾਡਾ ਜੋੜ ਖੁੱਲ੍ਹ ਗਿਆ। ਆਮ ਲੋਕ ਇਸ ਨੂੰ ਚੰਗਾ ਨਹੀਂ ਸਮਝਦੇ। ਮੇਰੇ ਪਿਤਾ ਜੀ ਦੇ ਦਿਲ ਵਿੱਚ ਵੀ ਸ਼ੰਕਾ ਪੈ ਗਈ ਕਿ ਇਹ ਵਿਆਹ ਨੇਪਰੇ ਵੀ ਚੜ੍ਹੇਗਾ ਜਾਂ ਨਹੀਂ। ਦੁਬਾਰਾ ਗੰਢ ਜੋੜ ਕਰਕੇ 2 ਲਾਵਾਂ ਫੇਰ ਹੋਈਆਂ। ਲਾਵਾਂ ਤੋਂ ਬਾਅਦ ਮੇਰੇ ਪਿਤਾ ਜੀ ਉਹਨਾਂ ਮਹਾਨ ਪੁਰਖਾਂ ਨੂੰ ਲੱਭਣ ਲੱਗੇ
ਕਿ ਹੁਣ ਜਲ ਪਾਣੀ ਛਕਾਈਏ, ਪਰ ਉਹ ਤਾਂ ਲਾਵਾਂ ਤੋਂ ਬਾਅਦ ਉੱਥੋਂ ਹੀ ਅਲੋਪ ਹੋ ਗਏ। ਪਿਤਾ ਜੀ ਇਸ ਅਜੀਬ ਘਟਨਾ ਬਾਰੇ ਬੜੇ ਹੈਰਾਨ ਸਨ, ਪਰ ਪਿਤਾ ਜੀ ਤੋਂ ਬਿਨਾਂ ਉਸ ਮਹਾਨ ਪੁਰਸ਼ ਦੇ ਕਿਸੇ ਹੋਰ ਨੂੰ ਦਰਸ਼ਨ ਨਹੀਂ ਸੀ ਹੋਏ। ਵਿਆਹ ਵਾਲੇ ਦਿਨ ਹੀ ਮੈਨੂੰ ਭਜਨ ਦੇ ਦਿੱਤਾ ਗਿਆ, ਜੋ ਮੇਰੀ ਜ਼ਿੰਦਗੀ ਨੂੰ ਨਵਾਂ ਜਨਮ ਦੇ ਗਿਆ। ਵਿਆਹ ਤੋਂ ਤੀਜੇ ਦਿਨ ਮੇਰੇ ਪਿਤਾ ਜੀ ਇਸ ਘਟਨਾ ਬਾਰੇ ਮੇਰੇ ਪਤੀ ਜੀ ਤੇ ਮੈਨੂੰ ਸਾਰਾ ਹਾਲ ਦੱਸਿਆ। ਮੇਰੇ ਪਤੀ ਜੀ ਨੇ ਮੇਰੇ ਪਿਤਾ ਜੀ ਤੋਂ ਪੁੱਛਿਆ ਕਿ ਉਸ ਮਹਾਨ ਹਸਤੀ ਦਾ ਕਿਹੋ ਜਿਹਾ ਪਹਿਰਾਵਾ ਸੀ ਤੇ ਕਿਹੋ ਜਿਹਾ ਸਰੀਰ ਸੀ। ਪਿਤਾ ਜੀ ਕਹਿਣ ਲੱਗੇ, ਉੱਚਾ ਲੰਮਾ ਸੁੰਦਰ ਸਰੀਰ, ਸਫੈਦ ਵਸਤਰ, ਸਫੈਦ ਹੀ ਦਾੜਾ ਸੀ। ਉਹਨਾਂ ਦਾ ਚਿਹਰੇ ਦਾ ਪ੍ਰਤਾਪ ਬਹੁਤ ਜ਼ਿਆਦਾ ਤੇਜ਼ ਸੀ। ਮੇਰੇ ਪਤੀ ਕਹਿਣ ਲੱਗੇ ਕਿ ਇਹ ਤੇ ਸਤਿਗੁਰੂ ਪ੍ਰਤਾਪ ਸਿੰਘ ਜੀ ਸਨ। ਕਿੰਨਾ ਚੰਗਾ ਹੁੰਦਾ ਮੈਨੂੰ ਵੀ ਉਹ ਆਪਣੀ ਝਲਕ ਦਿਖਾ ਜਾਂਦੇ, ਪਰ ਉਹ ਤਾਂ ਅਲੋਪ ਦੇ ਵਿੱਚ ਟੁੱਟਿਆਂ ਨੂੰ ਦੁਬਾਰਾ ਗੰਢਣ ਆਏ ਸਨ। ਭਜਨ ਤਾਂ ਮੈਂ ਲੈ ਲਿਆ ਸੀ, ਪਰ ਦਰਸ਼ਨਾਂ ਦੀ ਤਾਂਘ ਮੇਰੀ ਵੱਧਦੀ ਹੀ ਗਈ। ਪਰ ਅੰਤਰਜਾਮੀ ਸਤਿਗੁਰੂ ਜੀ ਨੇ ਮੇਰੀ ਇਹ ਆਸ ਵੀ ਵਿਆਹ ਤੋਂ 6 ਮਹੀਨੇ ਬਾਅਦ ਅੱਸੂ ਦੇ ਮੇਲੇ 'ਤੇ ਪੂਰੀ ਕਰ ਦਿੱਤੀ। ਜਦੋਂ ਮੈਂ ਸਤਿਗੁਰੂ ਜੀ ਦੇ ਦਰਸ਼ਨ ਕੀਤੇ ਤਾਂ ਮੇਰੀ ਜਨਮ ਦੀ ਪਿਆਸ ਬੁਝ ਗਈ। ਸਾਨੂੰ ਇਹ ਬਿਲਕੁਲ ਹੀ ਭੁੱਲ ਗਿਆ ਕਿ ਵਿਆਹ ਤੋਂ ਬਾਅਦ ਸਾਡਾ ਗੰਢ ਜੋੜ ਖੁੱਲ੍ਹ ਗਿਆ ਸੀ। ਦੌਲਤ ਕਹੇ ਮੈਂ ਸਭ ਤੋਂ ਵੱਡੀ, ਮੈਨੂੰ ਖਲਕਤ ਸਜਦੇ ਕਰਦੀ। ਅਕਲ ਕਹੇ ਮੈਂ ਸਭ ਤੋਂ ਵੱਡੀ, ਮੈਂ ਵਿੱਚ ਕਚਹਿਰੀ ਲੜਦੀ। ਹੋਣੀ ਕਹੇ ਮੈਂ ਸਭ ਤੋਂ ਵੱਡੀ, ਮੈਂ ਜੋ ਚਾਹਾਂ ਸੋ ਕਰਦੀ। ਹੋਣੀ ਬੜੀ ਪ੍ਰਬਲ ਹੈ ਤੇ ਹੋ ਕੇ ਹੀ ਰਹਿੰਦੀ ਹੈ, ਭਾਵੇਂ ਸ਼੍ਰੀ ਸਤਿਗੁਰੂ ਜੀ ਦੇ ਚਰਨਾਂ ਦੇ ਆਸਰੇ ਸੂਲੀ ਤੋਂ ਸੂਲ ਬਣ ਜਾਵੇ, ਪਰ ਵਾਪਰਦੀ ਜ਼ਰੂਰ ਹੈ ਤੇ ਮਨੁੱਖ ਨੂੰ ਥੋੜ੍ਹਾ ਬਹੁਤਾ ਫਲ ਭੁਗਤਣਾ ਜ਼ਰੂਰ ਪੈਂਦਾ ਹੈ। ਸਾਡਾ ਜੀਵਨ ਬੜਾ ਸੁਖਾਵਾਂ ਗੁਜ਼ਰ ਰਿਹਾ ਸੀ। ਵਿਆਹ ਨੂੰ 2 ਸਾਲ ਹੋ ਚੁੱਕੇ ਸਨ। ਅਚਾਨਕ ਮੇਰੇ ਪਤੀ ਜੀ 9 ਫਰਵਰੀ 1969 ਨੂੰ ਕੁਝ ਆਪਣੇ ਮਾਂ-ਬਾਪ ਦੀ ਨਾਰਾਜ਼ਗੀ ਕਾਰਨ ਬਿਨਾਂ ਦੱਸਿਆ ਹੀ ਘਰੋਂ ਚਲੇ ਗਏ। ਅਸੀਂ ਸਭ ਪਾਸੇ ਲੱਭ ਕੇ ਥੱਕ ਗਏ, ਪਰ ਉਹਨਾਂ ਦਾ ਥਾਂ ਟਿਕਾਣਾ ਹੀ ਨਾ ਮਿਲਿਆ। ਉਸ ਵਕਤ ਮੈਂ ਇਕੱਲੀ ਹੀ ਇਸ ਦੁਨੀਆ ਵਿੱਚ ਭਟਕਣ ਲਈ ਰਹਿ ਗਈ। ਮੇਰੇ ਕੋਲ ਕੋਈ ਬੱਚਾ ਜਾਂ ਬੱਚੀ ਵੀ ਨਹੀਂ ਸੀ, ਜਿਸ ਦੇ ਆਸਰੇ ਜ਼ਿੰਦਗੀ ਦੇ ਦਿਨ ਪੂਰੇ ਕਰਦੀ। ਦੁਨੀਆ ਦੇ ਸਭ ਰਿਸ਼ਤੇਦਾਰਾਂ ਨੇ ਮੇਰਾ ਸਾਥ ਛੱਡ ਦਿੱਤਾ। ਇੱਥੋਂ ਤੱਕ ਮੇਰੇ ਮਾਤਾ ਪਿਤਾ ਜੀ ਵੀ ਮੇਰਾ ਦੂਸਰਾ ਵਿਆਹ ਕਰਨ ਲਈ ਤਿਆਰ ਹੋ ਗਏ। ਮੈਂ ਦੂਜਾ ਵਿਆਹ ਨਹੀਂ ਸੀ ਕਰਵਾਉਣਾ ਚਾਹੁੰਦੀ, ਪਰ ਮੇਰੇ ਪਿਤਾ ਜੀ ਮੇਰੀ ਕੋਈ ਗੱਲ ਹੀ ਨਹੀਂ ਸੀ ਸੁਣਦੇ। ਮੈਂ ਸ਼੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੇ ਚਰਨਾਂ ਦਾ ਆਸਰਾ ਲਿਆ ਅਤੇ ਸੋਚਿਆ ਕਿ ਸੱਚੇ ਪਾਤਸ਼ਾਹ ਜੀ ਮੇਰੇ ਤੇ ਇਸ ਲੋਕ ਤੇ ਪ੍ਰਲੋਕ ਵਿੱਚ ਵੀ ਸਹਾਈ ਹੋਣਗੇ। ਮੇਰੇ ਪਿਤਾ ਜੀ ਨਾਮਧਾਰੀਆਂ ਨੂੰ ਚੰਗਾ ਨਹੀਂ ਸਨ ਸਮਝਦੇ। ਮੈਂ ਆਪਣੇ ਮਾਂ-ਬਾਪ ਤੋਂ ਚੋਰੀ ਸ਼੍ਰੀ ਸਤਿਗੁਰੂ ਜਗਜੀਤ ਸਿੰਘ ਜੀ ਨੂੰ ਚਿੱਠੀ ਲਿਖੀ ਕਿ ਮੇਰੇ ਪਤੀ ਜੀ ਬਿਨਾਂ ਦੱਸੇ ਘਰੋਂ ਚਲੇ ਗਏ ਹਨ ਅਤੇ ਪਿਤਾ ਜੀ ਹੁਣ ਮੇਰਾ ਦੂਜਾ ਵਿਆਹ ਕਰਨਾ ਚਾਹੁੰਦੇ ਹਨ। ਮੈਂ ਦੁਬਾਰਾ ਵਿਆਹ ਕਰਾਉਣਾ ਨਹੀਂ ਚਾਹੁੰਦੀ। ਆਪ ਜੀ ਤੋਂ ਬਿਨਾਂ ਮੇਰਾ ਇਸ ਦੁਨੀਆ ਵਿੱਚ ਕੋਈ ਨਹੀਂ। ਸੁਖ ਮੇਂ ਸੰਗੀ ਸਭ ਪਾਏ, ਦੁੱਖ ਮੇਂ ਸੰਗ ਨਾ ਕੋਈ। ਇਸ ਚਿੱਠੀ ਦਾ ਜਵਾਬ ਮੈਂ ਆਪਣੀ ਇੱਕ ਸਹੇਲੀ ਦੇ ਪਤੇ 'ਤੇ ਮੰਗਵਾਇਆ ਤਾਂ ਜੋ ਮੇਰੇ ਪਿਤਾ ਜੀ ਨਾਰਾਜ਼ ਨਾ ਹੋ ਜਾਣ। ਗਰੀਬ ਨਿਵਾਸ ਦੀਨ ਦੁਨੀ ਦੇ ਵਾਲੀ ਕਰੁਣਾ ਨਿਧਾਨ ਸੱਚੇ ਪਾਤਸ਼ਾਹ ਜੀ ਨੇ ਮੈਨੂੰ ਚਿੱਠੀ ਰਾਹੀਂ ਹੁਕਮ ਕੀਤਾ ਕਿ ਭਜਨ ਕਰਕੇ ਅਰਦਾਸ ਕਰਿਆ ਕਰ। ਮੇਰੇ ਟੁੱਟੇ ਮਨ ਨੂੰ ਕੁਝ ਤਸੱਲੀ ਹੋ ਗਈ। ਸੱਚੇ ਪਾਤਸ਼ਾਹ ਜੀ ਨੂੰ ਮੈਂ ਚਿੱਠੀਆਂ ਆਪਣੇ ਦੁੱਖਾਂ ਦੀਆਂ ਲਿਖਦੀ ਅਤੇ ਸੱਚੇ ਪਾਤਸ਼ਾਹ ਮੈਨੂੰ ਚਿੱਠੀਆਂ ਰਾਹੀਂ ਧੀਰਜ ਬਖਸ਼ਦੇ। ਮੇਰੇ ਪਤੀ ਜੀ ਨੂੰ ਘਰੋਂ ਗਿਆ 6 ਮਹੀਨੇ ਹੋ ਗਏ ਸਨ। ਇਹਨਾਂ ਨੇ ਨਾ ਮੈਨੂੰ ਨਾ ਕਿਸੇ ਹੋਰ ਰਿਸ਼ਤੇਦਾਰ ਨੂੰ ਕੋਈ ਰਾਜੀ ਖੁਸ਼ੀ ਦੀ ਚਿੱਠੀ ਪਾਈ। ਮੈਂ ਬੜੀ ਪਰੇਸ਼ਾਨ ਸੀ। ਕੋਈ ਸਮਝ ਨਹੀਂ ਸੀ ਪੈਂਦੀ ਕਿ ਕੀ ਕਰਾਂ। ਸੱਚੇ ਪਾਤਸ਼ਾਹ ਦੀਆਂ ਚਿੱਠੀਆਂ ਪੜ੍ਹ ਕੇ ਮਨ ਨੂੰ ਧੀਰਜ ਹੋ ਜਾਂਦੀ, ਪਰ ਜਦੋਂ ਪਤੀ ਦੀ ਯਾਦ ਆਉਂਦੀ ਤਾਂ ਮਨ ਨੂੰ ਹੌਲ ਜਿਹਾ ਪੈਂਦਾ। ਇੱਕ ਹੋਰ ਚਿੱਠੀ ਰਾਹੀਂ ਮੈਂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ਗਰੀਬ ਨਿਵਾਜ ਜੀਓ, ਮੇਰੀਆਂ 2 ਮੰਗਾਂ ਹਨ। ਇੱਕ ਮੰਗ ਨੂੰ ਮਨਜ਼ੂਰ ਕਰ ਲਵੋ, ਚਾਹੇ ਮੇਰੇ ਪਤੀ ਜੀ ਨੂੰ ਘਰ ਲੈ ਆਓ
ਜਾਂ ਮੇਰੀ ਜ਼ਿੰਦਗੀ ਦਾ ਅੰਤ ਕਰ ਦਿਓ ਜੀ। ਮੈਂ ਇਸ ਤਰ੍ਹਾਂ ਦੁਨੀਆ ਵਿੱਚ ਜਿਉਣਾ ਨਹੀਂ ਚਾਹੁੰਦੀ। ਧੰਨ ਮੇਰੇ ਸਤਿਗੁਰੂ ਜੀ ਹਨ, ਜਿਨ੍ਹਾਂ ਨੇ ਗਰੀਬਣੀ ਦੀ ਅਰਜ਼ ਮਨਜ਼ੂਰ ਕਰਦੇ ਹੋਏ ਮੇਰੇ ਪਤੀ ਜੀ ਨੂੰ ਸਾਕਾਰ ਰੂਪ ਵਿੱਚ ਦਰਸ਼ਨ ਦੇ ਘਰ ਵਾਪਸ ਲਿਆਂਦਾ। ਮੇਰੇ ਪਤੀ ਜੀ ਦੱਸਦੇ ਹਨ ਕਿ ਅੰਮ੍ਰਿਤ ਵੇਲੇ 2 ਵਜੇ ਉੱਠ ਕੇ ਹਰ ਰੋਜ਼ ਜਮਨਾ ਦੇ ਕੰਢੇ 'ਤੇ ਮੈਂ ਸਣੇ ਕੇਸੀ ਇਸ਼ਨਾਨ ਕਰਕੇ ਭਜਨ ਕਰਦਾ ਹੁੰਦਾ ਸੀ। ਇੱਕ ਦਿਨ ਜਦੋਂ ਮੈਂ ਸਵੇਰੇ ਇਸ਼ਨਾਨ ਕਰਕੇ ਭਜਨ ਕਰਨ ਲੱਗਾ ਤਾਂ ਉਸ ਵਕਤ 2 ਵਜੇ ਦਾ ਸਮਾਂ ਸੀ ਤਾਂ ਮੈਨੂੰ ਸ਼੍ਰੀ ਸਤਿਗੁਰੂ ਜੀ ਦੇ ਪ੍ਰਤੱਖ ਦਰਸ਼ਨ ਹੋਏ। ਮੈਂ ਚਰਨਾਂ 'ਤੇ ਹੱਥ ਜੋੜ ਕੇ ਖਲੋ ਗਿਆ। ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਕਿ ਹੁਣ ਵਾਪਸ ਘਰ ਚੱਲਿਆ ਜਾ, ਤੇਰੀ ਸਿੰਘਣੀ ਪਿੱਛੇ ਤੜਪਦੀ ਪਈ ਹੈ, ਮੈਨੂੰ ਤੇਰਾ ਭਜਨ ਮਨਜ਼ੂਰ ਨਹੀਂ। ਵਾਹ ਸਤਿਗੁਰੂ ਵਾਹ, ਤੂੰ ਹੁਣ ਇਹਨੂੰ ਟਾਲ ਸਕਦਾ ਹੈ। ਇਤਿਹਾਸ ਗਵਾਹ ਹੈ, ਚਾਹੇ ਤਾਂ ਰੇਖ ਵਿੱਚ ਮੇਖ ਮਾਰ ਸਕਦਾ ਹੈ। ਤੂੰ 6ਵੇਂ ਜਾਮੇ ਵਿੱਚ ਸੁਲੱਖਣੀ ਨੂੰ 7 ਪੁੱਤਰ ਬਖਸ਼ੇ। ਭਾਈ ਸੁਬੇਗ ਸਿੰਘ ਦੇ ਮੱਥੇ ਤੋਂ ਮੁਸਲਮਾਨ ਹੋਣ ਦੀ ਰੇਖ ਨੂੰ ਬਦਲ ਦਿੱਤਾ। ਤਿਵੇਂ ਸ਼੍ਰੀ ਸਤਿਗੁਰੂ ਜਗਜੀਤ ਸਿੰਘ ਜੀ ਨੇ ਇੱਕ ਠੀਕਰ ਚੁੱਕਿਆ ਤੇ ਮੇਰੇ ਮੱਥੇ 'ਤੇ ਰਗੜ ਕੇ ਸਾਧ ਰੇਖਾ ਮਿਟਾ ਦਿੱਤੀ ਤੇ ਬਚਨ ਕੀਤਾ ਕਿ ਤੇਰੀ ਕਿਸਮਤ ਵਿੱਚ ਸਾਰੀ ਉਮਰ ਸਾਧ ਰੇਖਾ ਸੀ। ਮੈਂ ਮੇਟ ਚੱਲਿਆ ਹਾਂ ਤੇ ਹੁਣ ਤੋਂ 5 ਦਿਨ ਬਾਅਦ 2:30 ਵਜੇ ਦੀ ਗੱਡੀ ਜਿਹੜੀ ਕਿ ਸਹਾਰਨਪੁਰ ਤੋਂ ਚਲਦੀ ਹੈ ਆ ਜਾਵੀਂ। ਮੈਂ ਅਰਜ਼ ਕੀਤੀ, ਗਰੀਬ ਨਿਵਾਜ ਜੀ, ਮੇਰੇ ਕੋਲ ਕੇਵਲ ਇੱਕ ਚਾਦਰ ਤੇ 2 ਕਛਹਿਰੇ ਹਨ, ਘਰ ਕਿਸ ਤਰ੍ਹਾਂ ਜਾਵਾਂ? ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਕਿ ਕੱਪੜੇ ਵੀ ਆ ਜਾਣਗੇ। ਇਸ ਤੋਂ ਬਾਅਦ ਸੱਚੇ ਪਾਤਸ਼ਾਹ ਜੀ ਉੱਥੋਂ ਅਲੋਪ ਹੋ ਗਏ। ਮੇਰੇ ਪਤੀ ਜੀ ਨੇ ਇੱਕ ਚਿੱਠੀ ਮੇਰੇ ਪਿਤਾ ਜੀ ਨੂੰ ਲਿਖੀ ਕਿ ਮੈਂ ਬਿਲਾਸਪੁਰ 31 ਜੁਲਾਈ 1969 ਨੂੰ ਸਾਧੂ ਸੰਮੇਲਨ 'ਤੇ ਆ ਰਿਹਾ ਹਾਂ, ਤੁਸੀਂ ਮੇਰੇ ਕੱਪੜੇ ਭੇਜ ਦਿਓ। ਕੱਪੜਿਆਂ ਬਾਰੇ ਕੋਈ ਵੇਰਵਾ ਨਹੀਂ ਸੀ ਕਿ ਕਿਹੜੇ ਕੱਪੜੇ ਚਾਹੀਦੇ ਹਨ, ਖੁੱਲ੍ਹੇ ਜਾਂ ਨਾਮਧਾਰੀ ਵਸਤਰ। ਪਤੀ ਜੀ ਦੇ ਦਿਲ ਵਿੱਚ ਇਹ ਮੰਗ ਸੀ ਕਿ ਸੱਚੇ ਪਾਤਸ਼ਾਹ ਜੀ ਨਾਮਧਾਰੀ ਕੱਪੜੇ ਪਹੁੰਚਾਉਣਗੇ ਤਾਂ ਹੀ ਮੈਂ ਘਰ ਜਾਵਾਂਗਾ। ਸੱਚੇ ਪਾਤਸ਼ਾਹ ਜੀ ਮੇਰੀ ਸੱਸ ਦੇ ਹਿਰਦੇ ਵਿੱਚ ਵਸੇ। ਉਹ ਕਹਿਣ ਲੱਗੀ ਕਿ ਮੈਂ ਆਪਣੇ ਪੁੱਤਰ ਨੂੰ ਨਾਮਧਾਰੀ ਵਸਤਰਾਂ ਵਿੱਚ ਘਰ ਲਿਆਉਣਾ ਹੈ। ਇਸ ਕਰਕੇ ਉਸਨੇ ਮੇਰੇ ਛੋਟੇ ਦਿਓਰ ਦੇ ਹੱਥ ਨਾਮਧਾਰੀ ਪਹਿਰਾਵਾ ਹੀ ਘੱਲਿਆ। ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨਾਲ ਇਹ 2:30 ਵਜੇ ਦੀ ਗੱਡੀ ਦੁਆਰਾ ਘਰ ਪਹੁੰਚੇ। ਸਤਿਗੁਰਾਂ ਦੀ ਬਖਸ਼ਿਸ਼ ਨਾਲ 2 ਵਿਛੜੀਆਂ ਰੂਹਾਂ ਦਾ ਮੇਲ ਹੋ ਗਿਆ, ਟੁੱਟੀਆਂ ਤਕਦੀਰਾਂ ਨੂੰ ਗੰਢਿਆ। ਘਰ ਵਿੱਚ ਬੜੀਆਂ ਹੀ ਖੁਸ਼ੀਆਂ ਹੋਈਆਂ, ਆਂਢ ਗੁਆਂਢ ਵਧਾਈਆਂ ਦਿੱਤੀਆਂ। ਗੁਰਬਾਣੀ ਵਿੱਚ ਠੀਕ ਹੀ ਲਿਖਿਆ ਹੈ, ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬਸੀਠ। ਹਰਿ ਨਾਮੋ ਮੰਤਰ ਦ੍ਰਿੜਾਏ ਦਾ, ਕੱਟੇ ਹਉ ਮੈਂ ਰੋਗ, ਨਾਨਕ ਸਤਿਗੁਰ ਤਿਨਾ ਮਿਲਾਇਆ, ਜਿਨ੍ਹਾਂ ਤੁਰੇ ਪਿਆ ਸੰਜੋਗ। ਸਾਰੇ ਹੀ ਆਖ ਲਈਏ ਧੰਨ ਧੰਨ ਸ਼੍ਰੀ ਸਤਿਗੁਰੂ ਜਗਜੀਤ ਸਿੰਘ ਜੀ। ਉਹਨਾਂ ਦੇ ਚਰਨਾਂ ਵਿੱਚ ਸਾਡੀ ਡੰਡੌਤ ਬੰਦਨਾ ਹੈ।